ਮੈਂ ਨਹਾਉਂਦੀ ਹੁੰਦੀ ਸਾਂ ਤੇ ਉਹਨਾਂ ਨੇ ਉੱਤੋਂ ਦੀ ਝਾਤੀਆਂ ਮਾਰਨੀਆਂ। दादी का किरदार क्या है? ਬਹੁਤ ਗੰਦਾ। ਨਹਾਉਂਦਿਆਂ ਨੂੰ ਵੇਖੇਗਾ, ਨੰਗਿਆ ਹੋ ਕੇ ਵਹਾਏਦਾ, ਉਹਨੇ ਆਣ ਕੇ ਫੜ ਕੇ ਦਵਾ ਦੇ, ਮੈਨੂੰ ਪਤਾ ਹੀ ਨਹੀਂ ਲੱਗਾ, ਆਣ ਕੇ ਬਾਹਾਂ ਫੜ ਕੇ ਦਵਾ, ਕੱਪੜਾ ਮੇਰੇ ਦੁਪੱਟਾ ਹੀ ਉਹਨੇ ਮੂੰਹ 'ਚ ਪਾ ਦਿੱਤਾ। ਪਾ ਕੇ ਤੇ ਬਾਹਾਂ ਬਾਬੇ ਨੇ ਫੜ ਛੱਡੀਆਂ ਐਵੇਂ ਦਲੀ ਨੇ। ਅਸਫਲੀ ਨੇ ਛੋਟੇ ਦੇ ਨਾਲ ਮੇਰਾ ਪੈਰ ਨੂੰ ਮਾਰ ਮਾਰ ਕੇ ਤੇ ਚਾਬੀ ਤੇ ਛੱਡੀਆਂ ਮੇਰੇ ਜਿਹੜੇ ਨੇ ਦਰਦ ਹੁੰਦੀਆਂ ਨੇ ਹੁਣ ਇਸ ਵਕਤ। पुलिस के पास जाते थे, जिसके पास जाते थे वो पैसे पूछते थे। थाने वालों ने फिर हमें चौकी भेज दिया। चौकी वालों ने हमारा कुछ भी नहीं सुना। उन्होंने फिर भी नहीं पकड़ा। उन्हें क्यों नहीं पकड़ा? उन्होंने रिश्वत ली हुई थी। वो जो मुंशी था ना, वो अहमद अली का खास आदमी था। जो अफजाल डोगर है उसके साथ मिला हुआ है, उन्होंने उनसे रिश्वत ली है। हमें इंसाफ ही नहीं मिलता। हमें क्या कोई जीने का हक नहीं है, फिर हम मर जाए। अस्सलाम वालेकुम नाज़रीन, मैं हूँ आपका मेज़बान फैसल खान सूरी और आप देख रहे हैं एनपीजी मीडिया। नाज़रीन, मेरे साथ बुशरा बीबी मौजूद हैं। तकरीबन इनकी उम्र 45 साल है और ये पोलियो की मर्ज़ में मुब्तला हैं। खावन इनके मज़दूरी करते हैं और एक छोटे से घर में रहती हैं जहाँ पे वॉशरूम की छत भी नहीं थी और इनके हमसाएदार वहाँ से झांकी मारा करते थे जब ये नहाती थी या वॉशरूम जाया करती थी। मुमकिन बात है कि वो वीडियोस भी बनाया करते हों। ये जो आप हालत देख रहे हैं इनके पाँव की, ये उन्होंने बाथरूम की छत बनाने की वजह से की है। सारा मामला क्या है बुशरा से ही जानते हैं। बुशरा बीबी, मुझे ये बताएं, ये सारा मामला क्या था? ये छत बनाने की वजह से मारा क्यों? ਉਹਨਾਂ ਨੇ ਮੈਂ ਨਹਾਉਂਦੀ ਹੁੰਦੀ ਸਾਂ ਤੇ ਉਹਨਾਂ ਨੇ ਉੱਤੋਂ ਦੀ ਝਾਤੀਆਂ ਮਾਰਨੀਆਂ ਕਰਨੀਆਂ। ਫਿਰ ਵੀਡੀਓ ਵੀ ਬਣਾਉਂਦੇ ਹੋਣਗੇ, ਤਸਵੀਰਾਂ ਵੀ ਬਣਾਉਂਦੇ ਹੋਣਗੇ, ਮੈਨੂੰ ਕੀ ਪਤਾ ਲੱਗਦਾ ਸੀ। ਤੇ ਇੱਕ ਦੋ ਵਾਰੀ ਉੱਤੋਂ ਨਾ ਜਿਸਲੇ ਬਿੱਲੀ ਨੰਗੀ ਮੈਂ ਉੱਤੇ ਐਵੇਂ ਮੇਰੀ ਝਾਤੀ ਪੈ ਗਈ ਤੇ ਇਹ ਮੈਨੂੰ ਬਾਬਾ ਉੱਤੇ ਦਿਸਿਆ, ਅਹਿਮਦ ਅਲੀ। ਇਹ ਦਿਸਿਆ ਇਹਨੇ ਜਦੋਂ ਹੀ ਮੈਂ ਵਿੱਚ ਝਾਤੀ ਉਤਾਂ ਪਈ ਹੈ ਨਾ, ਮੇਰੀ ਉਦੋਂ ਹੀ ਇਹਦਾ ਮੈਨੂੰ ਸਿਰ ਮੂੰਹ ਹੱਥ ਦਿਸੇ ਨੇ। ਫਿਰ ਮੈਂ ਆਪਣੇ ਬੰਦੇ ਨੂੰ ਦੱਸਿਆ, ਉਹਨਾਂ ਨੇ ਫਿਰ ਆਪਣੇ ਲੈ ਕੇ ਭੈਣ ਭਰਾਵਾਂ ਕੋਲ ਪੈਸੇ ਛੱਤ ਪਾ ਦਿੱਤੀ। ਇਹਨੇ ਮੇਰੇ ਤੇ ਸਟੇ ਕਰ ਦਿੱਤਾ ਤੇ ਉਸ ਸਟੇ ਦੀ ਵਜ੍ਹਾ ਤੋਂ ਫਿਰ ਅਸੀਂ ਜਾਂਦੇ ਰਹੇ ਤਰੀਕਾਂ ਤੇ। ਤਰੀਕ ਤੋਂ ਆਈ ਹਾਂ ਰਾਤ ਉੱਠ ਕੇ ਉਹਨਾਂ ਨੇ ਆਏ ਨੇ ਉੱਤੋਂ ਦੀ ਛੱਤ ਥਾਂ ਦੀ। 4 ਜਣੇ, 2 ਨੇ ਨਕਾਬ ਕੀਤਾ ਸੀ, 2 ਪਿਓ ਪੁੱਤਰ ਇਹ ਸਨ। मुझे यहाँ ये बता दो कि क्या इस बाबे के बच्चे नहीं हैं, बीवी नहीं है? ਬੀਵੀਆਂ ਨਹੀਂ ਹੈ ਸੀ ਬੀਵੀ, ਉਹ ਵੀ ਇਹਨਾਂ ਨੇ ਧੱਕੇ ਮਾਰ ਕੇ ਕੱਢ ਦਿੱਤੀ ਸੀ। ਫਿਰ ਉਹ ਤੋਂ ਬਾਅਦ ਹੋਰ ਕੀਤੀ ਸੀ, ਉਹਨੂੰ ਵੀ ਧੱਕੇ ਮਾਰ ਕੇ ਕੱਢ ਦਿੱਤੇ ਸਨ। इसके बच्चे हैं? ਇੱਕੋ ਹੀ ਬੱਚਾ ਜਿਹਨੇ ਇਹਦੇ ਨਾਲ ਲੱਗ ਕੇ ਤੇ ਮੇਰੇ ਪੈਰ ਦੇ ਉੱਤੇ ਛੋਟੇ ਮਾਰੇ ਨੇ। बच्चे की शादी हुई है? ਹਾਂਜੀ, ਉਹਦੇ ਅੱਜ ਸ਼ਾਦੀ ਹੋਈ, ਉਹਦੇ ਹੀ ਬੱਚੇ ਜਵਾਨ ਨੇ ਜਿਹੜੇ ਇਸ ਵਕਤ ਸਾਨੂੰ ਸਾਡੇ ਘਰ ਹੀ ਹੁੰਦੇ ਸਨ ਤੇ ਜਿਹੜੇ ਹੁਣ ਇਸ ਵਕਤ ਉਹ ਵੀ ਸਾਨੂੰ ਇੰਝ ਛਿਣਕਦੇ ਨੇ ਜਿਵੇਂ ਹਰੇ ਅਸੀਂ ਕੌਣ ਆ। बाबे का किरदार कैसे? ਬਹੁਤ ਗੰਦਾ, इस तरह का गंदा की करता है? ਬਹੁਤ ਗੰਦਾ। ਨਹਾਉਂਦਿਆਂ ਨੂੰ ਵੇਖੇਗਾ, ਨੰਗਿਆ ਹੋ ਕੇ ਵਹਾਏਦਾ, ਘਰ ਆਪਣੇ ਨਹੁੰ ਨੂੰ ਵੀ ਇਸੇ ਤਰ੍ਹਾਂ ਹੀ ਬਸ ਕਰਦਾ, ਗੰਦ ਦਿੰਦਾ ਰਹਿੰਦਾ ਤੇ ਇੱਥੇ ਗਲੀ ਮਹੱਲੇ 'ਚ ਇਸੇ ਤਰ੍ਹਾਂ ਹੀ ਹੈ। अपनी बहू के सामने नंगा हो जाता? ਹਾਂਜੀ, ਉੱਥੇ ਵੀ ਇਹੋ ਕੁਛ ਘਰ ਕਰਦਾ ਸੀ। ये मोहल्ले वालों को पता था? ਮਹੱਲੇ ਨੇ ਪਤਾ ਵੀ ਹੋਵੇਗਾ ਤੇ ਉਹ ਕਿਹੜਾ ਕਰਦੇ ਨੇ ਗੱਲ, ਉਹ ਨਹੀਂ ਕਰਦੇ ਹੈਗੇ, ਉਹ ਆਂਦੇ ਹੀ ਨਹੀਂ ਸਨ ਹੁੰਦੇ। ਤੇ ਇੱਥੇ ਸਾਡੇ ਨਾਲ ਵੀ ਉਹ ਕੁਛ ਕੀਤਾ, ਛੱਤ ਤੇ ਚੜ੍ਹ ਕੇ ਵੀ ਨੰਗਾ ਹੋ ਕੇ ਵਹਾਉਂਦਾ ਰਹਿੰਦਾ ਸਾਨੂੰ, ਆਪਣਾ ਆਪ ਵਹਾਉਣਾ, ਸਾਡਾ ਵੇਖਣਾ ਗੰਦਾ। ਇਹਦਾ ਜਿੰਨਾ ਇਸ ਗਲੀ ਮਹੱਲੇ 'ਚ ਗਰਦਾਰ ਇਹਨਾਂ ਇਸ ਤਰ੍ਹਾਂ ਕਿਸੇ ਦਾ ਨਹੀਂ ਹੈਗਾ। ਤੁਹਾਡੇ ਘਰ ਕਿਸ ਤਰ੍ਹਾਂ ਆਇਆ? ਸਾਡੇ ਘਰ ਆਇਆ ਜਿਸ ਵੇਲੇ ਇਹਨੇ ਸਟੇ ਕਰ ਦਿੱਤਾ ਸੀ ਤੇ ਰਾਤ ਦੇ 10 ਵਜੇ ਹਨ, 9-10 ਤੇ ਉਹਨਾਂ ਤਰੀਕ ਤੋਂ ਅਸੀਂ ਆਏ ਸਾਂ ਤੇ ਮੈਂ ਲੰਮੇ ਪਈ ਅੰਦਰ ਹੀ ਲੇਟੀ ਹੋਈ ਹਾਂ ਤੇ ਆਇਆ ਵੀ ਉੱਤੋਂ ਦੀ ਆਏ ਨੇ ਤੇ 4 ਬੰਦੇ, 2 ਨੇ ਨਕਾਬ ਕੀਤਾ, ਇਹ ਪਿਓ ਪੁੱਤਰਾਂ ਨੇ ਸੀ ਕੀਤਾ ਹੈਗਾ। ਇਹਨਾਂ ਆਣ ਕੇ ਫੜ ਕੇ ਦਵਾ ਦੇ, ਮੈਨੂੰ ਪਤਾ ਹੀ ਨਹੀਂ ਲੱਗਾ, ਆਣ ਕੇ ਬਾਹਾਂ ਫੜ ਕੇ ਦਵਾ, ਕੱਪੜਾ ਮੇਰੇ ਦੁਪੱਟਾ ਹੀ ਉਹਨਾਂ ਮੂੰਹ 'ਚ ਪਾ ਦਿੱਤਾ ਤੇ ਪਾ ਕੇ ਤੇ ਬਾਹਾਂ ਬਾਬੇ ਨੇ ਫੜ ਛੱਡੀਆਂ ਅਹਿਮਦ ਅਲੀ ਨੇ ਤੇ ਆਸਫ ਅਲੀ ਨੇ ਛੋਟਿਆਂ ਦੇ ਨਾਲ ਮੇਰੇ ਪੈਰ ਨੂੰ ਮਾਰ ਮਾਰ ਕੇ ਤੇ ਤਲੀਆਂ ਦੇ ਵਿੱਚ ਵੀ ਤੇ ਇੱਥੋਂ ਤੱਕ ਕਰ ਦਿੱਤੀ ਛੱਡੀਆਂ ਮੇਰੇ ਜਿਹੜੀਆਂ ਦਰਦ ਹੁੰਦੀਆਂ ਨੇ ਹੁਣ ਇਸ ਵਕਤ। ਹੱਡੀ ਵਿੱਚ ਮਤਲਬ ਟੁੱਟੀ ਹੈ। ये घर आए थे तब कोई नहीं था घर में? ਨਹੀਂ ਕੋਈ ਨਹੀਂ, ਸਿਰਫ ਮੇਰੀ ਨਨਾਣ ਸੀ, ਉਹ ਪਿਸ਼ਾਬ ਕਰਨ ਗਈ ਸੀ। ਇਹ ਬਾਜੀ ਜੋਗੀ ਰੋਟੀ ਲੈਣ ਗਿਆ ਸੀ ਬਾਹਰ, ਉੱਥੇ ਦੁਕਾਨ ਤੋਂ ਆਪਣੇ ਭਤੀਜੇ ਕੋਲ। ਉੱਥੋਂ ਹਜੇ ਆਇਆ ਜਾਂ ਨਹੀਂ ਹਜੇ ਆਇਆ, ਇਹ ਬਾਹਰ ਨਿਕਲੀ ਗਏ ਮੇਰੀ ਨਨਾਣ। ਇਸ ਲਈ ਉਹਨੇ ਵੇਖਿਆ ਵਾਕਿਆ ਤੇ ਇਹਨੇ ਸਾਡੇ ਇੱਧਰ ਹੈਗਾ ਬੂਆ ਦਰਵਾਜ਼ਾ ਲੱਗਾ, ਉੱਧਰ ਰੌਲਾ ਪਾਉਂਦੀ ਗਈ ਹੈ। ਸ਼ਾਇਦ ਆਪਣੇ ਭਰਾ ਨੂੰ ਆਵਾਜ਼ਾਂ ਦੇ, ਉਹਨਾਂ ਤੇ ਘਰੇ ਵੀ ਆ ਗਏ। ਇਹਨੇ ਜਿਸ ਵੇਲੇ ਵੇਖਿਆ ਆਣ ਕੇ ਤੇ ਇਹਨੂੰ ਵੇਖ ਕੇ ਨੱਸ ਗਏ ਤੇ ਉੱਤੋਂ ਧਮਕੀ ਦੇ ਗਏ ਨੇ। धमकी दे के गए? ਧਮਕੀ ਇਹ ਦੇ ਗਏ ਨੇ ਵੀ ਤੁਸੀਂ ਅਗਰ ਕਦਮ ਕੋਈ ਉਠਾਇਆ ਨਾ ਤੇ ਤੁਹਾਨੂੰ ਮਾਰ ਸੱਟਾਂਗੇ, ਅਸੀਂ ਵੀ ਤੁਹਾਡੇ ਨਾਲ ਕਰਨੇ ਕੀ ਆ।
ਕੋਈ ਚੀਜ਼ ਵੀ ਚੋਰੀ ਕੀ ਨਾ ਹਾਂਜੀ ਕੀਤੀ ਹੈ। ਮੇਰਾ ਪਰਸ ਸੀ ਪਿਆ ਮੇਰੇ ਕੋਲ ਹੀ ਹੁੰਦਾ ਸੀ, ਇਸੇ ਤਰ੍ਹਾਂ ਸਰਾਣੇ ਥੱਲੇ ਰੱਖ ਛੱਡਣੀ ਹੁੰਦੀ ਸਾਂ। ਮੇਰੀਆਂ ਅੱਧੇ ਤੋਲੇ ਦੀਆਂ ਵਾਲੀਆਂ, ਮੇਰਾ 16,000 ਰੁਪਈਆ, ਇਹ ਜਿਸਲੇ ਲਿਆਉਂਦਾ ਸੀ ਬਾਹਰੋਂ ਹੀ ਆਪਣਾ ਮਜ਼ਦੂਰੀ ਕਰਕੇ ਤੇ ਥੋੜ੍ਹਾ ਥੋੜ੍ਹਾ ਮੈਂ ਰੱਖੀ ਜਾਂਦੀ ਹੁੰਦੀ ਸਾਂ। ਤੇ ਕੁਛ ਅਸੀਂ ਐਵੇਂ ਹੀ ਆਟਾ ਲਿਆ ਕੇ ਖਾ ਖੂ ਕੇ ਤੇ ਗੁਜ਼ਾਰਾ ਹੀ ਕਰਨਾ ਹੁੰਦਾ ਨਾ, ਤੇ ਥੋੜ੍ਹਾ ਜਿਹਾ ਲੈਣ ਦਾ ਸੌਦਾ ਘਰ ਤੇ ਥੋੜ੍ਹਾ ਜਿਹਾ ਰੱਖੀ ਗਏ। आपके बच्चे हैं? ਇੱਕ ਬੱਚਾ ਪਹਿਲੇ ਬੰਦੇ ਦਾ, वो उस टाइम कहाँ पे था? ਉਹ ਸਟੋਰ ਤੇ ਹੁੰਦਾ ਸੀ, ਸਟੋਰ ਤੇ ਘੱਲਿਆ ਸੀ ਕਿਉਂ ਇਸ ਵਾਸਤੇ ਪੜ੍ਹਾਈ ਨਹੀਂ ਸੀ ਰਹਿ ਗਈ ਹੁਣ ਸਾਹਿਬ ਦੀ, ਮੇਰੇ ਸ਼ਨਾਖਤੀ ਕਾਰਡ ਨਹੀਂ ਸੀ ਬਣਿਆ ਹੈਗਾ ਤੇ ਉਹਦਾ ਬੇਫਾਮ ਵੀ ਨਹੀਂ ਬਣਿਆ ਹੈ। ये सारा मामला क्या था? इनके शौहर भी इनके साथ मौजूद हैं, यहाँ का हूँ। इनके शौहर भी यहाँ पे मौजूद हैं, उनसे जानूंगा कि पुलिस ने अभी तक क्या कार्रवाई की है। सर शहजाद अहमद मौजूद हैं जो कि बुशरा बीबी के खावत हैं, उनसे जानते हैं कि पुलिस ने अभी तक क्या कार्रवाई की है। तो मुझे ये बताइए, पुलिस के पास आप गए होंगे, किस तरह का रवैया था पुलिस का? पुलिस के पास जाते थे, जिसके पास भी जाते थे बात ही नहीं थे सुनते, जो कुछ जिसके पास जाते थे वो पैसे पूछते थे, लो हमें भाई खर्चा लाए हमारे लिए। मैं मजदूर आदमी था, मेरे पास पैसे देने के लिए इनके पास कुछ, मेरे पास कुछ नहीं था। जब इन्होंने मेरे घर दाखिल हुए हैं तो इन्होंने जब मेरी वाइफ की टांग पे डंडा सोटे का वार किया है, तो मैं चौकी इंचार्ज उधर मुंशी के पास गया था, इश्तियाक नाम था उस मुंशी का। तो उससे मैंने कहा यार मेरे घर में ना सर ऐसे ऐसे दाखिल हुए हैं 4 लोग, उन्होंने बहुत शिद्दत से मेरी बीवी के साथ ज्यादती की, हमला मार तोड़ मोड़ की सब कुछ। तो जब उसके पास गया उसने मुझे क्या कहा, भाई आप साहब नहीं है यहाँ, तो आप चलेंगे, सुबह आएंगे हम लोगों के पास। सुबह गया था, सुबह भी नहीं आए, 2-3 दिन जाता रहा, उन्होंने हमारी बात नहीं सुनी। मैं कोर्ट में गया वकील के पास, उससे अदालती आर्डर लेके मेडिकल का आर्डर करवाया, तो हमने कहा मेडिकल करवाया अदालत से, कोर्ट का आर्डर लेकर जब मेडिकल करवाया तो हमने फिर आगे थाने में गए, उधर हमने अपना मेडिकल वगैरह दरख्वास्त दे के तो उन्होंने हमें कहा जी आप चौकी चले गए। चौकी पास उनके पास चिट लेके चले गए चौकी। चिट के बाद उन्होंने हमें फिर मुंशी साहब ने कहा जी आप जाएँ, साहब नहीं है, मेडिकल हमें दे दें, असल हमने उनको दे दिया। उसके बाद फिर हम सुबह को गए, साहब नहीं है जी, दूसरे दिन गए जी साहब नहीं, तीसरे दिन गए जी साहब ही नहीं था होता। वो जो मुंशी था ना वो अहमद अली का ख़ास आदमी था, वो इनके साथ मिला था, उसने अहमद अली को बुलाया, फिर अहमद अली को जब चले जो कुछ नहीं होता, मैं आपके इनका मेडिकल जो है ना दबा देता हूँ तो कुछ नहीं होता। वो चला गया कि अपने घर में आराम से बैठ गए। मुझे फिर नज़र आ रहा था भाई हमारी ये बात नहीं सुन रहे हम, फिर अब उसके पास फिर हम अपने वकील के पास गए कोर्ट में, उसने फिर हमें को अदालती आर्डर लेके दिए, उधर आर्डर किया, जब रिट का आर्डर किया भी इनकी रिट नहीं हो रही, थाने वाले बात नहीं सुन रहे। जब उन्होंने रिट का फिर कहा, फिर हमें वहाँ तुम्हारी रिट जो है ना DSP ने हमें उधर तलब कर लिया था शदरा में, फरोजाले में, वहाँ उसके पास गए, उनको भी बुशरा अपनी वाइफ को दिखाया, उन्होंने इनकी बात सुनी है, बयान सुने हैं, उन्होंने हमारा पर्चा तो कटवा दिया, लेकिन इन थाने वालों ने फिर हमें चौकी भेज दिया। चौकी वालों ने हमारा कुछ भी नहीं सुना। वो मुलजिम अभी तक गिरफ्तार नहीं हुए? उनका एक जिसने सोटो के साथ वार किया था वो उसको पकड़ लिया था, तो जो अहमद अली था उसको उन्होंने नहीं पकड़ा, उसको बुरी ज़मानत पे, कच्ची ज़मानत पे बाहर छोड़ा हुआ है। अभी 2 महीने हो गए, इतनी लंबी बुरी ज़मानत नहीं चलती जितनी उसकी चलती आ रही है, बार बार आती है, चलती आ रही। फिर उसकी बेल वहाँ छोटी अदालत में कैंसिल होगी, जब कैंसिल हुई मैंने सिपाहियों को कहा इसको पकड़ लो यार, उन्होंने फिर भी नहीं पकड़ा। उन्होंने क्यों नहीं पकड़ा, उन्होंने रिश्वत ली हुई थी, तो कोई बात सुनता ही नहीं था। मैं जो डोगर साहब अफजाल डोगर थे वो नया तशरीशी आया तीसरे चौथे के बाद, जब वो आया उसने हमें बुलाया भी आप लोगों का कट है, हम कट नहीं थे करते, ये मुस्लिम पार्टी जो थी ये कट करते थे। इन्होंने वहाँ सिफारिशें बड़ी बड़ी भेजी, उन्होंने हमारी नहीं सुनी, उनकी सुनी है, कि मोहल्ला वालों ने भी नहीं साथ दिया, किसी बंदे ने हमारा साथ। आपकी बीवी ने आपको क्या बताया था इस बंदे के बारे में? इसने यही बताया था भी हमारी उस टाइम वाशरूम के ऊपर छत नहीं थी, ये ऊपर खड़े होकर देखता था, झाँकता था, वाशरूम का इस्तेमाल कर जब करते थे ना, हम नहाते थे, जब पेशाब करते थे तब भी ये ऊपर से देखता था। मैंने मोहल्ले वालों के 1-2 बंदों के पास गया, उन्होंने कहा इनको समझाओ, अच्छी बात नहीं है, लेकिन हमारी किसी ने बात ही नहीं सुनी। उसके बाद मैंने बहन भाइयों से पैसे लिए, पैसे लेके छत डाली, इन्होंने मेरी बाइक के ऊपर स्टे कर दिया। स्टे के बाद हम तरीक पे जाते रहे, तरीक से आए हैं 28/10 को, इन्होंने आके हमला किया। मेरा वाइफ के पास पर्स पड़ा हुआ था, उसका 16,000 रुपया था, आधे तोले की बालियाँ थी, वो भी साथ ले गए। अफजाल डोकर आया, उसने मुझे कहा भाई हाँ कोई खर्चा पानी आया तुम्हारे पास, मैंने कहा मेरे पास तो कुछ नहीं देने के लिए, गरीब आदमी। उन्होंने यहाँ इनसे शरेआम पैसे लिए हैं, उनके सिपाहियों ने हमारे घर में खड़े होकर किने
ہمیں دکھائیں ابھی ہم پیسے لے کے جا رہے ہیں. پھر جہاں تک ہمیں میڈیکل ہمارا درست ہے 1 نمبر ہے, اس کو بھی انہوں نے چیلنج کیا ہے یہ آپ کا میڈیکل جو ہے نا جعلی ہے, 2 نمبر ہے. پھر ہمیں یہ تھا چونکی والوں نے شیو پورے بلایا بورڈ کے دفتر, ہم وہاں پھر گئے ہیں, دوبارہ میڈیکل کے ایکس رے کروائے ہیں, دوبارہ بڑے ڈاکٹروں نے ادھر پوچھ تاچھ کی ہے. انہوں نے کہا تھا اب آپ لوگ چلیں گے, آپ کو بعد میں اس کا رزلٹ دیں گے, وہ بھی نہیں ہمیں ابھی تک ملا. اب میں آج بھی میں نے پولیس والوں کو پوچھا بھی ہمارا رزلٹ کیا آیا ہے, اس نے ہمیں نہیں بتایا. جو رزلٹ وغیرہ اس نے ہماری جو مثل ہے نا بالکل ہی خراب کر دی ہوئی ہے. ان کے ساتھ ملا ہوا ہے, انہیں ان سے رشوت لی ہے, اور جو اندر جس نے مین بندے نے سوٹے مارے تھے اس کی بھی جج نے آج جو ہے نا بیل منظور کر لی ہے ضمانت کی. ہمیں انصاف ہی نہیں ملتا. ہماری ڈی پی او صاحب سے درخواست ہے, وزیر اعلیٰ سے درخواست ہے, ہمیں انصاف دیں. ہمیں کیا کوئی جینے کا حق نہیں ہے, پھر ہم مر جائیں کس کے پاس جائیں گے مدد مانگ کے. بالکل جی, آپ نے جانا کہ کس طرح سے ایک غریب شخص کے ساتھ رویہ اختیار کیا جاتا ہے ایک بااثر لوگوں کا. آپ کے پاس تھوڑا سا پیسہ زیادہ آ جائے تو آپ رعب دکھانا شروع کر دیتے ہو. کچھ رحم کریں اس قوم پہ. غریب امیر میرے خیال سے صرف دنیا میں ہی ہے, آخرت میں غریب امیر نہیں ہوگا. تو آپ نے حقوق العباد کا حساب دینا ہے تو برائے مہربانی رحم کیجیے. اور میں پولیس والوں سے ریکویسٹ کرتا ہوں کہ پلیز آپ لوگ اس قوم کی خدمت کرنے کے لیے بنائے گئے ہو, ان پر رحم کریں, ان کی آواز سنیں اور ان کو انصاف دلائیں. اسی کے ساتھ مجھے دیجیے اجازت. اللہ نگہبان.